ਨੈਕਸਟ ਆ ਗਿਆ ਤੁਹਾਡਾ ਇਹ ਤੁਹਾਡੇ ਜਿਹੜੇ ਨੂਮੈਰੀਕਲ ਆ ਉਹ ਕਲੋਜ਼ ਪੁਆਇੰਟ ਹੈਲਿਕਲ ਸਪਰਿੰਗ ਦੇ ਬੇਸ ਤੇ ਆਉਣੇ ਆ। ਸੋ ਉਸ ਦੇ ਲਈ ਸਭ ਤੋਂ ਪਹਿਲਾਂ ਉਹਦਾ ਨੋਮਨਕਲੇਚਰ ਵਗੈਰਾ ਜੋ ਵੀ ਹੈਗਾ ਉਹ ਆਪਾਂ ਦੇਖ ਲੈਂਦੇ ਹਾਂ। ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆ ਗਿਆ ਤੁਹਾਡਾ ਸਮਾਲ ਡੀ। ਸਮਾਲ ਡੀ ਨੂੰ ਆਪਾਂ ਕੀ ਡਿਨੋਟ ਕੀਤਾ ਹੋਇਆ, ਡਾਇਆਮੀਟਰ ਆਫ ਸਪਰਿੰਗ ਵਾਇਰ। ਆ ਦੇਖੋ ਇੱਧਰ ਚੈੱਕ ਕਰੋ, ਸਪਰਿੰਗ ਵਾਇਰ ਆ, ਠੀਕ ਹੈ ਜੀ। ਉਹਦਾ ਜਿਹੜਾ ਸਮਾਲ ਡਾਇਆਮੀਟਰ ਆ, ਠੀਕ ਹੈ ਜੀ, ਉਹਨੂੰ ਆਪਾਂ ਕੀ ਕਹਿੰਦੇ ਪਏ ਆ, ਸਮਾਲ ਡੀ ਨਾਲ ਡਿਨੋਟ ਕਰਦੇ ਪਏ। ਓਕੇ ਜੀ। ਨੈਕਸਟ ਆ ਗਿਆ ਨੰਬਰ ਆਫ ਕੋਇਲਸ। ਨੰਬਰ ਆਫ ਕੋਇਲਸ मतलब कितने नंबर ऑफ कॉइल्स ਆਪਾਂ ਇਸਤੇਮਾਲ ਕਰਦੇ हैं, स्मॉल एल ਦੇ ਨਾਲ ਡਿਨੋਟ ਕਰਨਾ ਹੈ। ਠੀਕ ਆ। ਨੈਕਸਟ ਆ ਗਿਆ ਕੈਪੀਟਲ ਆਰ। ਕੈਪੀਟਲ ਆਰ ਕੀ ਹੈ, ਮੀਨ ਰੇਡੀਅਸ ਆਫ ਸਪਰਿੰਗ ਕੋਇਲ। ਮੈਂ ਗੱਲ ਕੀਤੀ ਸੀ ਤੁਹਾਡੀ ਕਿ ਆ ਪੂਰਾ ਡਾਇਆਮੀਟਰ, ਪੂਰਾ ਜੋ ਦਾ ਡਾਇਆਮੀਟਰ ਹੈ, ਅੱਛਾ ਚੈੱਕ ਕਰੋ ਇੱਥੋਂ ਲੈ ਕੇ ਇੱਥੇ ਤੱਕ, ਇਹ ਕੀ ਆ ਉਹਦਾ ਕੈਪੀਟਲ ਡੀ। ਇਹ ਕੀ ਆ ਕੈਪੀਟਲ ਡੀ, ਮੀਨ ਡਾਇਆਮੀਟਰ ਆਫ ਸਪਰਿੰਗ ਕੋਇਲ, ਇਹਨੂੰ ਕੈਪੀਟਲ ਡੀ ਕਹਿੰਦੇ ਆ। ਜੇ ਆਰ ਦੀ ਗੱਲ ਕਰਾਂ ਤਾਂ ਇੱਥੋਂ ਲੈ ਕੇ ਇੱਥੇ ਤੱਕ, ਇਹ ਕੀ ਆ कैपिटल आर। ठीक है। एक्सिस तो लगा, सेंट्रल एक्सिस तो हाफ वाला पोर्शन वो किया मीन रेडियस ऑफ स्प्रिंग कॉइल। ठीक है जी। नेक्स्ट आ गया डब्ल्यू। डब्ल्यू की है तुहानू पता ही आ, ये एक्सिस है, इसदी स्प्रिंग दी एक्सिस आ, ते लोड भी कित्थे पाना है और ये एक्सिस ते आना है। आ देखो लोड भी कित्थे ओदी एक्सिस ते लगदा पिया। सो एक्सियल लोड ऑन स्प्रिंग ओनू डिनोट करना कैपिटल डब्ल्यू दे नाल। ठीक है जी। नेक्स्ट आ गया सी। सी ਤੁਹਾਨੂੰ ਪਤਾ ਹੀ ਆ ਕੀ ਹੈਗਾ, ਮੋਡੂਲਸ ਆਫ ਰਿਜਿਡਿਟੀ ਮਤਲਬ ਸਟਿਫਨੈਸ ਮਟੀਰੀਅਲ ਦੀ। ਮਟੀਰੀਅਲ ਦੀ ਗੱਲ ਕਰਦੇ ਪਏ ਆਪਾਂ, ਠੀਕ ਆ। ਸੋ ਮਟੀਰੀਅਲ ਦੀ ਗੱਲ ਕਰਦੇ ਪਏ ਕਿ ਮੋਡੂਲਸ ਆਫ ਰਿਜਿਡਿਟੀ, ਸੋ ਟੋਰਜ਼ਨਲ ਸਟਿਫਨੈਸ ਵੀ ਕਹਿੰਦੇ ਆਪਾਂ। ਓਕੇ ਜੀ। ਨੈਕਸਟ ਆ ਗਿਆ ਟੌਕ। ਟੌਕ ਕੀ ਹੈ, ਸ਼ੀਅਰ ਸਟ੍ਰੈਸ। ਠੀਕ ਆ। ਇਹਦੇ ਵਿੱਚ ਜਿਹੜੀਆਂ ਸਟ੍ਰੈਸਸ ਪੈਦਾ ਹੋ ਰਹੀਆਂ ਕਿਹੜੀਆਂ ਹੋ ਰਹੀਆਂ, ਟਵਿਸਟਿੰਗ ਹੋਣ ਦੇ ਨਾਲ ਕੀ ਹੋ ਰਿਹਾ ਆ, ਉਹਦੇ ਵਿੱਚ ਜਿਹੜੀਆਂ ਸਟ੍ਰੈਸਸ ਪੈਦਾ ਹੋ ਰਹੀਆਂ ਕਿਹੜੀਆਂ ਹੋ ਰਹੀਆਂ, ਸ਼ੀਅਰ ਸਟ੍ਰੈਸ। ठीक है जी। नेक्स्ट आ गया थीटा। थीटा की एंगल ऑफ ट्विस्ट इन स्प्रिंग वायर। ठीक है, किहदे विच हो रही है ट्विस्टिंग, स्प्रिंग वायर, वायर दे विच ट्विस्टिंग हो रही है। ठीक है जी। सो वो एंगल ऑफ ट्विस्ट किहदे नाल डिनोट करना है, थीटा दे नाल, जिहदा शाफ्ट दे विच कीता सीगा। सिमिलर इहदे विच भी होऊगा। नेक्स्ट आ गया डेल्टा। डेल्टा की डिफ्लेक्शन ऑफ स्प्रिंग ड्यू टू एक्सियल लोडिंग। लोडिंग करके ऊपर नीचे डिफ्लेक्ट करूगा। ठीक है जी। वो किहदे नाल डिनोट कीता है, डेल्टा दे नाल। ठीक है। स्मॉल एल। स्मॉल एल की है लेंथ ऑफ स्प्रिंग वायर। ठीक है। हुण बड़े ध्यान दे नाल सुनना, जिहड़ी पिछे आपां कीती सी सॉलिड लेंथ कीती सी, वो की सीगा सॉलिड लेंथ। ते जिहड़ी सॉलिड लेंथ आ ते लेंथ ऑफ स्प्रिंग वायर आ, ये दोनों अलग-अलग चीज़ां हैं। ठीक है। सॉलिड लेंथ आपां गल करदे पए सीगे जदों उत्ते लोड पैंदा पिया, तो ओहदा जिहड़ा डिस्टेंस आ उपरों लैके नीचे तक, वो ओहदी सॉलिड लेंथ सी। ठीक है। पर इत्थे गल करदा पिया स्मॉल एल। स्मॉल एल काहदी गल करदा पिया, लेंथ ऑफ स्प्रिंग वायर। मतलब ਜਿਹੜੀ ਵਾਇਰ ਦੇ ਨਾਲ, ਜਿੰਨੀ ਵਾਇਰ ਦੇ ਨਾਲ ਇਹ ਸਪਰਿੰਗ ਬਣਿਆ ਹੈ, ਜਿੰਨੀ ਵਾਇਰ ਦੇ ਨਾਲ ਇਹ ਸਪਰਿੰਗ ਬਣਿਆ ਹੈ, ਠੀਕ ਹੈ ਜੀ, ਉਹ ਲੈਂਥ ਦੀ ਗੱਲ ਕਰਦਾ ਪਿਆ। ਠੀਕ ਆ। ਇਹਨੂੰ ਇਹਦੀ ਹੈਲਪ ਨਾਲ ਆਪਾਂ ਰੋਟੇਟ ਕਰ ਕਰਕੇ ਇਹਨੂੰ ਕੀ ਬਣਾਇਆ, ਸਪਰਿੰਗ ਬਣਾਇਆ ਹੈ। ਉਹ ਕਿੰਨੀ ਵਾਇਰ ਇਸਤੇਮਾਲ ਹੋਈ ਹੈ, ਉਹ ਕਿੰਨੀ ਵਾਇਰ ਇਸਤੇਮਾਲ ਹੋਈ ਆ, ਉਹ ਆਪਾਂ ਕਹਿੰਦੇ ਪਏ ਲੈਂਥ ਆਫ ਸਪਰਿੰਗ ਵਾਇਰ, ਸਮਾਲ ਐਲ। ਕੀ ਕਹਿੰਦੇ ਪਏ ਆਪਾਂ ਨੂੰ, ਲੈਂਥ ਆਫ ਸਪਰਿੰਗ ਵਾਇਰ, ਸਮਾਲ ਐਲ। ਬੇਟਾ ਨੋਮਨਕਲੇਚਰ ਚ ਕੋਈ ਕਿਸੇ ਨੂੰ ਕੋਈ ਹੈਗੀ ਆ ਪ੍ਰੋਬਲਮ, ਦੱਸ ਦਿਓ। ਚਲਿਏ ਅੱਗੇ। ਲੱਗ ਗਿਆ ਸਰ, ਸਮਝ ਆ ਰਿਹਾ? ਹਾਂਜੀ ਸਰ। ਹਾਂਜੀ चलिए बेटा के नेक्स्ट। हाँ जी सर। नेक्स्ट आ गया बेटा, ਕਿਹੜੇ ਫਾਰਮੂਲੇ ਇਸਤੇਮਾਲ ਹੋਣਗੇ ਤੁਹਾਡੇ। ਠੀਕ ਆ। ਜਦੋਂ क्लोज पॉइंट हेलिकल स्प्रिंग ਦਾ ਨੂਮੈਰੀਕਲ ਆਊਗਾ ਤਾਂ ਕਿਹੜੇ ਫਾਰਮੂਲੇ ਇਸਤੇਮਾਲ ਹੋਣਗੇ। ਠੀਕ ਆ। ਸੋ ਸਟਾਰਟ ਕਰਦੇ ਆਪਾਂ ਟਵਿਸਟਿੰਗ ਮੂਵਮੈਂਟ। ठीक है, कैपिटल टी, ट्विस्टिंग मूवमेंट। सो ट्विस्टिंग मूवमेंट जो कैलकुलेट करनी है तो दसेंगे फोर्स इनटू परपेंडिकुलर डिस्टेंस। ठीक है, फोर्स इनटू परपेंडिकुलर डिस्टेंस। जे स्प्रिंग आ, स्प्रिंग ते फोर्स केड़ी लगदी पई आ, सेंटर दे उत्ते। स्प्रिंग दी जेड़ी फोर्स है कित्थे लगदी पई, सेंटर ते। केड़ी लगदी पई फोर्स, डब्ल्यू लगदी पई आ। किन्नी डिस्टेंस लगदी पई आ, डिस्टेंस गल करिए तां ओह इत्थों तक डिस्टेंस आ। वो डिस्टेंस की है, कैपिटल आ, परपेंडिकुलर डिस्टेंस
ਕੀ ਆ ਕੈਪੀਟਲ ਆਰ। ਸੋ ਕੀ ਬਣ ਗਿਆ ਟਵਿਸਟਿੰਗ ਮੂਵਮੈਂਟ ਕੀ ਬਣ ਗਈ ਇੱਥੇ W into R। ਠੀਕ ਆ ਜੀ। ਤੇ ਤੁਸੀਂ ਸ਼ਾਫਟ ਦੇ ਕੇਸ ਵਿੱਚ ਪੜਿਆ ਸੀਗਾ ਅਕੋਰਡਿੰਗ ਟੂ ਟੋਇਜਨ ਇਕੁਏਸ਼ਨ ਜੋ ਟਵਿਸਟਿੰਗ ਆ ਉਹ ਇਹਦੇ ਬਰਾਬਰ ਵੀ ਹੁੰਦੀ ਆ। ਅਕੋਰਡਿੰਗ ਟੂ ਟੋਇਜਨ ਇਕੁਏਸ਼ਨ T upon I tau upon R ਜੋ ਫਾਰਮੂਲਾ ਬਣਿਆ ਸੀਗਾ π/16 tau into d cube। ਠੀਕ ਹੈ ਜੀ। ਇਹ ਟਵਿਸਟਿੰਗ ਮੂਵਮੈਂਟ ਦਾ ਫਾਰਮੂਲਾ ਇਹ ਵੀ ਹੁੰਦਾ ਹੈ। ਸੋ ਦੋਨਾਂ ਨੂੰ ਕੰਬਾਈਨ ਕਰ ਦੇਣਾ। ਠੀਕ ਹੈ। ਕਲੋਜ਼ ਕੋਇਲਡ ਹੈਲੀਕਲ ਸਪ੍ਰਿੰਗ ਦੇ ਕੇਸ ਦੋਨਾਂ ਨੂੰ ਕੀ ਕਰ ਦੇਣਾ ਕੰਬਾਈਨ ਕਰ ਦੇਣਾ। ਆਹ ਵਾਲਾ ਫਾਰਮੂਲਾ ਮੈਂ ਇੱਥੇ ਪੁੱਟ ਕਰ ਦਿੱਤਾ ਕੈਪੀਟਲ T ਦੇ ਵਿੱਚ W into R ਇਹ ਆ ਗਿਆ π/16 tau d cube ਆ ਗਿਆ। ਹੁਣ ਜੇ ਮੈਨੂੰ ਤੁਸੀਂ ਫਾਰਮੂਲੇ ਦੇ ਵਿੱਚ ਜੇ ਤੁਹਾਨੂੰ ਆ ਰਿਹਾ ਆ ਨੂਮੈਰੀਕਲ ਦੇ ਵਿੱਚ ਕਿ ਤੁਸੀਂ ਸ਼ੀਅਰ ਸਟ੍ਰੈਸਸ ਦੱਸਣੇ ਕਿੰਨੀਆਂ ਆ ਤਾਂ ਤੁਸੀਂ ਇਸ ਨੂੰ ਸਿੱਧਾ ਵੀ ਇਸਤੇਮਾਲ ਕਰ ਸਕਦੇ ਆ। tau is equal to 16 WR upon pi d cube ਇਹਨੂੰ ਸਿੱਧਾ ਵੀ ਇਸਤੇਮਾਲ ਕਰ ਸਕਦੇ ਆ। ਜੇ ਤੁਹਾਨੂੰ ਫਾਰਮੂਲਾ ਭੁੱਲ ਗਿਆ ਬਾਈ ਚਾਂਸ ਫਿਰ ਤੁਸੀਂ ਇੱਥੋਂ ਡਰਾਈਵ ਵੀ ਕਰ ਸਕਦੇ। ਠੀਕ ਆ। ਇੱਥੋਂ ਡਰਾਈਵ ਕਰਕੇ ਅੱਜ ਹੀ ਬਣੀ। ਠੀਕ ਆ। ਜੇ ਕਿਸੇ ਬੱਚੇ ਨੂੰ ਫਾਰਮੂਲਾ ਭੁੱਲ ਜਾਂਦਾ ਹੈ tau ਦਾ ਤਾਂ ਉਹ ਤੁਸੀਂ ਉੱਪਰੋਂ W into R which is equal to π/16 tau into d cube ਇਹ ਸਿੱਧਾ ਲਿਖ ਕੇ ਉੱਥੋਂ ਵੀ ਕੈਲਕੂਲੇਟ ਕਰ ਸਕਦੇ ਆ। ਜੇ ਤੁਹਾਨੂੰ ਫਾਰਮੂਲਾ ਸਿੱਧਾ ਹੀ ਯਾਦ ਆ ਤਾਂ ਤੁਹਾਨੂੰ ਇਹ ਚੀਜ਼ਾਂ ਲਿਖਣ ਦੀ ਲੋੜ ਹੀ ਨਹੀਂ ਉੱਪਰ ਵਾਲੀਆਂ। ਇਹਨੂੰ ਨਾ ਲਿਖਿਓ ਸਿੱਧੇ ਤੁਸੀਂ ਫਾਰਮੂਲਾ ਲਗਾ ਦਿਓ ਸ਼ੀਅਰ ਸਟ੍ਰੈਸਸ ਫਾਈਂਡ ਆਊਟ ਕਰ। ਕਲੀਅਰ ਹੈ ਬੇਟਾ ਬੋਲੋ। ਹਾਂਜੀ ਸਰ ਜੀ। ਓਕੇ ਜੀ। ਸੋ ਨੈਕਸਟ ਆ ਗਿਆ ਤੁਹਾਡਾ ਇਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਲੈਂਥ ਦੀ। ਠੀਕ ਆ। ਸਟ੍ਰੈਸਿਸ ਦੀ ਗੱਲ ਹੋ ਗਈ ਆ। ਸਟ੍ਰੈਸਿਸ ਦਾ ਫਾਰਮੂਲਾ ਵੀ ਤੁਹਾਨੂੰ ਦੱਸ ਦਿੱਤਾ ਹੈ। ਠੀਕ ਆ। ਹੁਣ ਲੈਂਥ ਦੀ ਗੱਲ ਕਰਨੀ ਆ। ਟੋਟਲ ਲੈਂਥ ਆਫ ਵਾਇਰ। ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਕਿਸ ਤਰ੍ਹਾਂ ਆਪਾਂ ਪੂਰੀ ਲੈਂਥ ਵਾਇਰ ਦੀ ਕੈਲਕੂਲੇਟ ਕਰ ਸਕਦੇ ਹਾਂ। ਠੀਕ ਆ। ਤੇ ਲੈਂਥ ਆਫ ਵਨ ਕੋਇਲ ਕੀ ਹੁੰਦੀ ਹੈ ਇਹ ਚੀਜ਼ ਪਹਿਲਾਂ ਦੇਖੋ। ਹੁਣ ਜਦੋਂ ਆਪਾਂ ਦੇਖਦੇ ਆ ਸਪਰਿੰਗ ਨੂੰ ਟੌਪ ਤੋਂ ਤੇ ਟੌਪ ਤੋਂ ਦੇਖਾਂਗੇ ਤਾਂ ਇੱਕ ਸਰਕਲ ਨਜ਼ਰ ਆਊਗਾ ਸਾਨੂੰ। ਜਦੋਂ ਟੌਪ ਤੋਂ ਦੇਖਾਂਗੇ ਸਪਰਿੰਗ ਨੂੰ ਇੱਕ ਸਰਕਲ ਨਜ਼ਰ ਆਊਗਾ। ਠੀਕ ਆ ਜੀ। ਤੇ ਜਦੋਂ ਫਰੰਟ ਤੋਂ ਦੇਖਦੇ ਆ ਤਾਂ ਸਾਨੂੰ ਨੰਬਰ ਆਫ ਕੋਇਲਸ ਨਜ਼ਰ ਆਊਗੀ। ਤੇ ਫਰੰਟ ਤੋਂ ਦੇਖਾਂਗੇ ਨੰਬਰ ਆਫ ਕੋਇਲਸ ਨਜ਼ਰ ਆਊਗੀ। ਠੀਕ ਹੈ। ਟੌਪ ਤੋਂ ਦੇਖਾਂਗੇ ਤਾਂ ਸਰਕਲ ਨਜ਼ਰ ਆਊਗਾ। ਜੇ ਮੈਂ ਇੱਕ ਕੋਇਲ ਦੀ ਗੱਲ ਕਰਾਂ ਹੁਣ ਆ ਇੱਕ ਕੋਇਲ ਲੈਂਦਾ ਮੈਂ ਸਿਰਫ ਇੱਕ ਕੋਇਲ ਦੀ ਗੱਲ ਕਰਨੀ ਆ। ਜੇ ਮੈਂ ਇੱਕ ਕੋਇਲ ਦੀ ਗੱਲ ਕਰਾਂ ਤਾਂ ਉਹ ਸਰਕਲ ਦੀ ਫਾਰਮ ਦੇ ਵਿੱਚ ਆ। ਠੀਕ ਹੈ ਜੀ। ਜੇ ਸਰਕਲ ਦੀ ਫਾਰਮ ਦੇ ਵਿੱਚ ਆ ਤਾਂ ਸਰਕਲ ਦਾ ਆਪਾਂ ਇਸ ਤਰ੍ਹਾਂ ਕੈਲਕੂਲੇਟ ਕਰਦੇ ਹੁੰਦੇ ਆ ਕਿੰਨਾ ਇਹਦਾ ਏਰੀਆ ਹੋਊਗਾ। ਮਤਲਬ ਇਹ ਸਰਕਲ ਦੇ ਪੈਰੀਫੇਰੀ ਕਿੰਨੀ ਹੋਊਗੀ। ਪੈਰੀਫੇਰੀ ਕੀ ਹੁੰਦੀ ਆ। ਠੀਕ ਆ। ਇਹ ਹੁੰਦੀ ਆ 2πr। ਇਹਦੀ ਕਿੰਨੀ ਪੈਰੀਫੇਰੀ ਹੈਗੀ ਆ ਉਹ ਕਿੱਦਾਂ ਕੈਲਕੂਲੇਟ ਕਰਦੇ ਆ ਸਰਕਲ ਦੇ 2πr ਦੇ ਨਾਲ ਕੈਲਕੂਲੇਟ ਕਰਦੇ। ਠੀਕ ਆ। ਪੈਰੀਫੇਰੀ ਦਾ ਮਤਲਬ ਸਮਝਦੇ ਆ ਨਾ ਬਾਉਂਡਰੀ। ਏਰੀਆ ਨਹੀਂ ਮੈਂ ਲੈ ਰਿਹਾ। ਏਰੀਆ ਤਾਂ ਕਿਸੇ ਸੋਲਿਡ ਚੀਜ਼ ਦਾ ਲਊਂਗਾ ਨਾ। ਜੇ ਸਰਕਲ ਆ ਸਰਕਲ ਦਾ ਏਰੀਆ ਲਊਂਗਾ ਤਾਂ ਏਰੀਆ ਜਿੱਦਾਂ ਸ਼ਾਫਟ ਆ ਸ਼ਾਫਟ ਦਾ ਮੈਂ ਏਰੀਆ ਲੈ ਸਕਦਾ ਹਾਂ। ਠੀਕ ਆ। ਪਰ ਕੋਇਲ ਦੇ ਕੇਸ ਦੇ ਵਿੱਚ ਤਾਂ ਮੈਂ ਉਹਦੀ ਜੋ ਬਾਉਂਡਰੀ ਆ ਉਹੀ ਲਊਂਗਾ ਨਾ। ਠੀਕ ਹੈ ਨਾ। ਸੋ ਜੀ ਸਿਰਫ ਇਹਦੀ ਬਾਉਂਡਰੀ ਲੈ ਰਿਹਾ ਮੈਂ। ਸੋ ਸਿਰਫ ਇਹਦੀ ਬਾਉਂਡਰੀ ਲੈ ਰਿਹਾ ਤਾਂ ਕੀ ਬਣੂਗਾ 2πr। ਇਹਨੂੰ ਪੈਰੀਫੇਰੀ ਕਹਿੰਦੇ ਆ। ਠੀਕ ਹੈ ਨਾ। ਸਰਕਲ ਦੀ ਪੈਰੀਫੇਰੀ ਆ ਉਹ ਕਿੱਦਾਂ ਕੈਲਕੂਲੇਟ ਕਰਦੇ ਆ। ਪੈਰੀਮੀਟਰ ਵੀ ਕਹਿੰਦੇ ਆਪਾਂ ਇਹਨੂੰ ਕਿੱਦਾਂ ਕੈਲਕੂਲੇਟ ਕਰਦੇ ਪਏ 2πr ਦੇ ਨਾਲ ਕੈਲਕੂਲੇਟ ਕਰਦੇ ਆ। ਠੀਕ ਹੈ। ਬਾਉਂਡਰੀ ਜੇ ਕੈਲਕੂਲੇਟ ਕਰਨੀ ਉਹ ਕਿੰਨੀ ਕਿੱਦਾਂ ਕੈਲਕੂਲੇਟ ਕਰਦੇ 2πr ਦੇ ਨਾਲ। ਇੱਕ ਕੋਇਲ ਤੁਹਾਡੀ 2πr ਆ ਤੇ ਨੰਬਰ ਆਫ ਕੋਇਲਸ ਕਿੰਨੀ ਹੈਗੀਆਂ n ਨੰਬਰ ਆਫ ਕੋਇਲਸ ਆ n ਨਾਲ ਮਲਟੀਪਲਾਈ ਕਰ ਦਿਓ। ਇਹਦੇ ਨਾਲ ਕੀ ਹੋਣਾ ਆ ਹੁਣ ਇੱਕ ਕੋਇਲ ਦੀ ਲੈਂਥ ਮੈਨੂੰ ਪਤਾ ਲੱਗ ਗਈ ਆ 2πr ਆ। ਠੀਕ ਆ। ਜੇ n ਨੰਬਰ ਆਫ ਕੋਇਲਸ ਆ ਤਾਂ n ਨਾਲ ਮਲਟੀਪਲਾਈ ਕਰ ਦਿਓ। ਠੀਕ ਆ। ਉਹਦੇ ਨਾਲ ਕੀ ਹੋਊਗਾ ਤੁਹਾਨੂੰ ਲੈਂਥ ਪਤਾ ਲੱਗ ਜਾਣੀ ਪੂਰੀ ਕੋਇਲ ਦੀ ਕਿੰਨੀ ਲੈਂਥ। ਪੂਰੀ ਕੋਇਲ ਦੀ ਲੈਂਥ ਕਿੰਨੀ ਆ ਤੁਹਾਨੂੰ ਪਤਾ ਲੱਗ ਜਾਏਗੀ। ਟੋਟਲ ਲੈਂਥ ਆਫ ਵਾਇਰ ਆਪਾਂ ਪਿੱਛੇ ਗੱਲ ਕੀਤੀ ਨਾ ਸਮਾਲ l ਕੀ ਆ। ਸਮਾਲ l ਕੀ ਆ ਟੋਟਲ ਲੈਂਥ ਆਫ ਵਾਇਰ। ਠੀਕ ਆ। ਮੈਂ ਇੱਕ ਕੋਇਲ ਦੀ ਲੈਂਥ ਕੱਢ ਲਈ ਆ 2πr ਉਹ ਇੱਕ ਲੈਂਥ ਇੱਕ ਕੋਇਲ ਦੀ ਲੈਂਥ ਆ। ਨੰਬਰ ਆਫ ਕੋਇਲਸ ਕਿੰਨੀਆਂ ਹੈਗੀਆਂ n ਨਾਲ ਮਲਟੀਪਲਾਈ ਕਰ ਦਿਓ। ਜੇ n ਨਾਲ ਮਲਟੀਪਲਾਈ ਕਰ ਦੋਗੇ ਤਾਂ ਲੈਂਥ ਤੁਹਾਡੀ ਬਣ ਜਾਣੀ ਆ 2πr into n। ਕਿਸੇ ਨੂੰ ਕੋਈ ਪ੍ਰੋਬਲਮ ਬੇਟਾ ਇੱਥੇ ਬੋਲੋ। ਕਲੀਅਰ ਆ ਬੋਲੋ। ਹਾਂਜੀ ਸਰ। ਕਰੀਏ ਨੈਕਸਟ। ਓਕੇ। ਸੋ ਲੈਂਥ ਪਤਾ ਲੱਗ ਗਈ। ਠੀਕ ਆ। ਹੁਣ ਬੇਟਾ ਦੇਖੋ ਤੁਹਾਨੂੰ ਤਿੰਨ ਚਾਰ ਫਾਰਮੂਲੇ ਅੱਗੇ ਪਤਾ ਲੱਗਣੇ ਹੁਣ ਕਿਹੜੇ ਕਿਹੜੇ ਫਾਰਮੂਲੇ ਹੁਣ ਦੱਸ ਦਿੰਦਾ ਤੁਹਾਨੂੰ। ਇੱਕ ਹੈਗਾ ਥੀਟਾ। ਥੀਟਾ ਕੀ ਸੀਗਾ ਪਿੱਛੇ ਬੋਲੋ। ਥੀਟਾ ਕੀ ਸੀਗਾ ਪਿੱਛੇ। ਹਾਂਜੀ ਥੀਟਾ ਕਿਹਨੂੰ ਕਹਿੰਦੇ ਆ। ਸਹੀ ਐਂਗਲ।
एंगल ऑफ ट्विस्ट, ठीक है, एंगल ऑफ ट्विस्ट। फिर फार्मूला तुहानू पता लगना इत्थे डिफ्लैक्शन का, ठीक है जी, डिफ्लैक्शन ऑफ स्प्रिंग, फिर स्ट्रेन एनर्जी, फिर स्टिफनेस ऑफ स्प्रिंग, ठीक है ना। ध्यान नाल देखी जाओ किस तरह बनया, सारा कुछ स्टार्ट हो रहा कित्थों, एंगल ऑफ ट्विस्ट तो। एंगल ऑफ ट्विस्ट किद्दां बनाया, हुण आपां की कीता, टो अपॉन आई सी थीटा अपॉन एल ले लिया, टो अपॉन आई, सॉरी टो नहीं, कैपिटल टी ट्विस्टिंग मोमेंट, कैपिटल टी अपॉन आई सी थीटा अपॉन एल, ठीक है जी। मैं की कीता, इह एल की वैल्यू पुट करती, जो ऊपर कैलकुलेट की, आई की वैल्यू पुट करती, आई की वैल्यू की होगी, वही लैनी आपां आई की वैल्यू, ठीक है ना, पाई डी क्यूब बाय आई डी फोर, सॉरी डी फोर बाय आई डी फोर बाय 32, आई लिया ਸੀ ਨਾ ਆਪਾਂ ਲਾਸਟ ਟਾਈਮ, ਤੁਹਾਨੂੰ याद होना सॉलिड शाफ्ट के केस ਦੇ ਵਿੱਚ ਆਪਾਂ ਕੀ ਲਿਆ ਸੀ, ਪਾਈ डी फोर रेस्ट पावर डी फोर डिवाइडेड बाय 32, ਇਹ ਲਿਆ ਸੀਗਾ। ਹੁਣ ਇਹਦੇ ਵਿੱਚ ਜਿਹੜਾ ਸੋਲਿਡ ਚੀਜ਼ ਹੈਗੀ ਉਹ ਹੈਗੀ ਆ ਤੁਹਾਡੀ ਵਾਇਰ, ਪਿਛਲੀ ਵਾਰ ਸ਼ਾਫਟ ਸੀ, ਇਸ ਵਾਰ ਕੀ ਆ ਵਾਇਰ ਆ। ਹੁਣ ਇੱਥੇ ਕਿਸੇ ਨੇ ਇਹ ਨਹੀਂ ਕਹਿਣਾ ਕਿ ਸਰ ਇੱਥੇ ਕੈਪੀਟਲ ਡੀ ਕਿਉਂ ਨਹੀਂ ਲਿਆ, ਕੈਪੀਟਲ ਡੀ ਤਾਂ ਆਪਾਂ ਕਿੱਦਾਂ ਲੈ ਸਕਦੇ ਹਾਂ, ਕੈਪੀਟਲ ਡੀ ਦਾ ਕੀ ਆ, ਉਹਦਾ ਕੋਇਲ ਦਾ ਡਾਇਮੀਟਰ, ਜਿਹੜਾ ਕੋਇਲ ਦਾ ਡਾਇਮੀਟਰ ਉਹ ਥੋੜਾ ਲਵਾਂਗੇ ਆਪਾਂ, ਠੀਕ ਹੈ ਨਾ। ਜੋ ਟਵਿਸਟ ਪੈਦਾ ਹੋ ਰਿਹਾ ਉਹ ਕਿਹਦੇ ਵਿੱਚ ਪੈਦਾ ਹੋ ਰਿਹਾ, ਉਹ ਵਾਇਰ ਦੇ ਅੰਦਰ ਪੈਦਾ ਹੋ ਰਿਹਾ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੀ ਆਪਾਂ ਲੈਂਥ ਲੈਣੀ ਆ ਉਹ ਵੀ ਵਾਇਰ ਦੀ ਲਈ ਆ, ਠੀਕ ਆ। ਤੇ ਜੋ ਆਪਾਂ ਮੂਵਮੈਂਟ ਆਫ ਇਨਰਸ਼ੀਆ ਲੈਣਾ ਹੈ ਉਹ ਵੀ ਕਿਹਦਾ ਲੈਣਾ ਆ, ਵਾਇਰ ਦਾ ਹੀ ਲੈਣਾ ਹੈ, ਠੀਕ ਆ, ਉਹ ਕਿਉਂਕਿ ਉਹ ਸੋਲਿਡ ਆ। ਸੋ ਇਸ ਕਰਕੇ ਇੱਥੇ ਕੀ ਲਿਆ, ਪਾਈ ਡੀ फोर ਡਿਵਾਈਡਡ ਬਾਈ 32, ਪਾਈ ਸਮਾਲ ਡੀ ਜਸਟ ਫॉर 4 ਡਿਵਾਈਡਡ ਬਾਈ 32। ਸੋ ਇਹ ਦੋਨਾਂ ਦੀ ਵੈਲਿਊ ਵਿੱਚ ਪੁੱਟ ਕਰ ਦਿੱਤੀ ਆ, ਜੋ ਦੋਨਾਂ ਦੀ ਵੈਲਿਊ ਪੁੱਟ ਕੀਤੀ ਤਾਂ ਇੱਥੋਂ ਮੈਨੂੰ ਥੀਟਾ ਨਿਕਲ ਆਣਾ, ਠੀਕ ਆ ਜੀ। थीटा निकल आना मेरे को, थीटा कढ़ लिया आप, थीटा की बन गया तुहाडा आ बन गया, थीटा इज इक्वल टू 64 W इंटू आर स्क्वायर एन सी डी 4। ਹੁਣ ਜਿਹੜਾ ਇੱਥੇ ਕੈਪੀਟਲ ਟੀ ਸੀਗਾ ਉਹ ਵੀ ਆਪਾਂ ਕਿਹਦੇ ਚ ਤੋੜ ਲਿਆ ਹੈ, W ਇੰਟੂ ਆਰ ਦੇ ਵਿੱਚ। ਸਟਾਰਟਿੰਗ ਵਿੱਚ ਦੇਖੋ ਇਦਾਂ ਕੀਤਾ ਸੀ ਨਾ ਆਪਾਂ, ਜਿਹੜਾ ਕੈਪੀਟਲ ਟੀ ਆ ਉਹ ਵੀ ਕਿਹਦੇ ਚ ਤੋੜ ਲਿਆ ਆਪਾਂ, W ਇੰਟੂ ਆਰ ਦੇ ਵਿੱਚ ਤੋੜ ਲਿਆ, ਉਹਦੀ ਵੈਲਿਊ ਪੁੱਟ ਕਰ ਦਿੱਤੀ ਆਪਾਂ। So in the end मेरे को जो फार्मूला पढ़ना वो थीटा इज इक्वल टू 64 W R स्क्वायर एंड डिवाइडेड बाय C D 4। बेटा गल पता की आ, फार्मूले इन्ने बड़े याद करने ताले टफ हो जाने, जेदा याद कोई बच्चा कर सकता है वो सीधा ही थीटा वैल्यू पुट करे न्यूमेरिकल दे विच ते आंसर कट लवे, ठीक है ना। इदां तुहानू लगना टफ, जे तुसीं इजी करना चाहते हैं, जे तुहानू बेसिक्स पता है ना, जे तुहानू बेसिक्स पता है टॉर्जन इक्वेशन तो आपां किदां ये फार्मूले बनाए आ, फिर ਤੁਹਾਡੇ ਲਈ ਈਜ਼ੀ ਹੋ ਜਾਣਾ ਨੂਮੈਰੀਕਲ ਕਰਨਾ, ਠੀਕ ਹੈ ਨਾ। ਤਾਂ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਰਿਹਾ, ਜੇ ਪੇਪਰ 'ਚ ਬਾਈ ਚਾਂਸ ਤੁਹਾਨੂੰ ਫਾਰਮੂਲਾ ਭੁੱਲ ਗਿਆ ਫਿਰ ਤੁਸੀਂ ਕੀ ਕਰਨਾ, ਬੇਸਿਕ ਤੇ ਚੱਲ ਜਾਣਾ। ਬੇਸਿਕ ਕੀ ਆ, ਆਈ ਟੌਰਜਨ ਇਕੁਏਸ਼ਨ, ਬੇਸਿਕਸ ਤੇ ਜਾ ਕੇ ਤੁਸੀਂ ਉਸ ਦੇ ਵਿੱਚ ਵੈਲਿਊ ਪੁੱਟ ਕਰ ਦੇਣੀ, ਆਈ ਦੀ ਵੈਲਿਊ ਪੁੱਟ ਕੀਤੀ, ਐਲ ਦੀ ਵੈਲਿਊ ਪੁੱਟ ਕੀਤੀ ਤੇ ਟੀ ਦੀ ਵੈਲਿਊ ਪੁੱਟ ਕਰ ਦਿੱਤੀ। ਉਹ ਤਾਂ ਫਾਰਮੂਲਾ ਸੌਖਾ ਹੀ ਆ, ਛੋਟੇ ਛੋਟੇ ਫਾਰਮੂਲੇ ਉਹ ਤਾਂ ਯਾਦ ਕਰ ਸਕਦੇ ਆ ਤੁਸੀਂ, ਠੀਕ ਹੈ ਨਾ। ਕਈ ਵਾਰੀ ਵੱਡਾ ਫਾਰਮੂਲਾ ਨਹੀਂ ਯਾਦ ਹੁੰਦਾ, ਜੇ ਤਾਂ ਕਰ ਸਕਦੇ ਤਾਂ ਵੈਲਿਊ ਗੁੱਡ ਆ, ਠੀਕ ਆ। ਇਹ ਤੁਹਾਡੇ ਤੇ ਆ कि सीधा फार्मूला याद करना है कि आ तुसीं इहदे थ्रू आपां जिद्दां फार्मूला बनाया है वो चीज़ भी अपने आप नूं रेडी रखो, ठीक है ना। बाई चांस जे भुल गया पेपर दे विच तुसीं इत्थों आपां कर सकदे। सो नैक्सट आ गया तो डिफ्लैक्शन। डिफ्लैक्शन किद्दां कढनी आ, आर इंटू थीटा, ये फार्मूला याद कर लो, आर इंटू थीटा, ठीक है। थीटे दी वैल्यू च पुट कर दी, सो इत्थों तुहाडा आर नाल आर जुड़ गया तो की बन गया आर क्यूब। तो एक फार्मूला याद किया थीटा, ਉਹਦੇ ਨਾਲ ਤੁਹਾਨੂੰ ਡਿਫਲੈਕਸ਼ਨ ਦਾ ਵੀ ਮਿਲ ਗਿਆ ਫਾਰਮੂਲਾ, ਡਿਫਲੈਕਸ਼ਨ ਦਾ ਫਾਰਮੂਲਾ ਕੀ, ਬਾਕੀ ਸਭ ਕੁਝ ਸੇਮ ਆ, ਚੇਂਜ ਕਿੱਥੇ ਆ ਰਿਹਾ ਹੈ ਆਰ ਦੇ ਵਿੱਚ। ਆਰ ਕੀ ਆ, ਉੱਪਰ ਸਕੁਅਰ ਆ, ਇੱਥੇ ਕੀ ਬਣ ਜਾਣਾ ਆਰ ਕਿਊਬ ਹੋਇਆ, ਐਸੇ ਬਾਕੀ ਸਭ ਕੁਝ ਸੇਮ ਆ, ਠੀਕ ਹੈ ਜੀ। ਇਸੇ ਤਰੀਕੇ ਨਾਲ ਆ ਗਿਆ ਤੁਹਾਡਾ ਸਟ੍ਰੇਨ એનર્ਜੀ। ਸਟ੍ਰੇਨ એનર્ਜੀ ਕੀ ਆ, ਤੁਹਾਨੂੰ ਦੱਸਿਆ ਸੀਗਾ ਲਾਸਟ ਟਾਈਮ, ਠੀਕ ਹੈ ਜੀ, ਉਹੀ ਆ ਹਾਫ ਇੰਟੂ W ਇੰਟੂ ਡਿਫਲੈਕਸ਼ਨ, ਠੀਕ ਹੈ ਜੀ। ਸੋ ਇਹ ਆਪਾਂ ਇਹਦੇ ਵਿੱਚ ਵੈਲਿਊ ਪੁੱਟ ਕਰ ਦਿੱਤੀ ਆ, ਹਾਫ ਆ ਉਹਦੇ ਨਾਲ ਕੀ ਆ W ਆ, ठीक है। तो डिफ्लैक्शन, डिफ्लैक्शन की वैल्यू तुहानू पता है ऊपर कितनी हैगी, वो पुट कर दी, ठीक है। तो W नाल W जुड़ गया, स्क्वायर बन गया, तो जेड़ा 64 सीगा हाफ डिवाइड किया 32 बन गया। सो इस तरह फार्मूला बन गया तुहाडा स्ट्रेन एनर्जी का, ठीक है। सिमिलरली हुण जे मैं स्टिफनेस ऑफ स्प्रिंग कढनी आ तो तुहानू डिफ्लैक्शन पता कितनी हैगी आ, W लोड अपॉन डिफ्लैक्शन आपां फार्मूला लगाया, लोड नाल लोड कैंसल आउट हो गया इत्थे, ठीक है जी। तो तुहाडे कोल आ की बन गया, डिफ्लैक्शन इज इक्वल टू आ फार्मूला C D 4 डिवाइडेड बाय 64 R क्यूब इंटू, ठीक है जी। जे तो सीधे फार्मूले याद कर सकते हैं वैलिड गुड, जे नहीं कर सकते दैन फिर तुहानू बेसिक्स याद करनी पैनी,
ਥੀਟਾ ਯਾਦ ਕਰ ਲਓ ਬਸ, ਉਹਦੇ ਰਿਲੇਟਡ ਹੀ ਸਾਰੇ ਫਾਰਮੂਲੇ ਯਾਦ ਕਰ ਲਓ ਤੇ ਪੇਪਰ ਦੇ ਵਿੱਚ ਆਊਗਾ ਤਾਂ ਉਹ ਚ ਪੁੱਟ ਕਰਕੇ ਆਨਸਰ ਕੱਢ ਲਿਓ। ਠੀਕ ਹੈ ਜੀ, ਕਲੀਅਰ ਹੈ ਬੇਟਾ, ਬੋਲੋ ਕਰ ਲੂੰਗੇ ਨਾ। ਹਾਂਜੀ ਓਕੇ ਜੀ, ਸੋ ਇੱਥੇ ਤੱਕ ਸੀਗਾ ਤੁਹਾਡਾ ਨੋਮਨਕਲੇਚਰ। ਹੁਣ ਰਹਿ ਗਿਆ ਤੁਹਾਡਾ ਬਸ ਨੂਮੈਰੀਕਲ ਪੋਰਸ਼ਨ। ਠੀਕ ਹੈ ਜੀ, ਨੂਮੈਰੀਕਲ ਪੋਰਸ਼ਨ 'ਚ ਬਹੁਤ ਈਜ਼ੀ ਆ। ਠੀਕ ਹੈ, ਮੈਂ ਤੁਹਾਨੂੰ ਪੀਪੀਟੀ ਸ਼ੇਅਰ ਕਰ ਦਿੰਦਾ। ਠੀਕ ਆ, ਤੁਸੀਂ ਇੱਕ ਵਾਰੀ ਇਹਦੇ ਨੂਮੈਰੀਕਲ ਦੇਖ ਲਓ ਕਿੱਦਾਂ ਦੇ ਹੈਗੇ ਆ। ਜੋ ਮੈਂ ਤੁਹਾਨੂੰ ਦੱਸਿਆ ਉਹਦੇ ਨਾਲ ਤੁਹਾਨੂੰ ਕੁਝ ਸਮਝ ਲੱਗਦਾ ਪਿਆ, ਜੇ ਨਹੀਂ ਸਮਝ ਲੱਗੂਗਾ ਮੈਂ ਤੁਹਾਨੂੰ ਨੈਕਸਟ ਲੈਕਚਰ ਤੇ ਪੁੱਛੂਗੀ। ਠੀਕ ਆ, ਬਹੁਤ ਈਜ਼ੀ ਨੂਮੈਰੀਕਲ ਆ, ਕੁਝ ਵੀ ਔਖਾ ਨਹੀਂ ਹੈਗਾ ਨੂਮੈਰੀਕਲ ਦੇ ਵਿੱਚ। ਠੀਕ ਆ, ਇੱਕ ਵਾਰੀ ਕਰਕੇ ਦੇਖਿਓ, ਬਹੁਤ ਈਜ਼ੀ ਨੂਮੈਰੀਕਲ ਹੈਗੇ ਆ। ਤੇ ਜੇ ਕੋਈ ਪ੍ਰੋਬਲਮ ਆਂਦੀ ਆ ਫਿਰ ਮੇਰੇ ਤੋਂ ਨੈਕਸਟ ਲੈਕਚਰ ਦੇ ਵਿੱਚ ਪੁੱਛ ਲਿਓ। ਓਕੇ ਜੀ, ਕਲੀਅਰ ਬੇਟਾ, ਬੋਲੋ। ਓਕੇ ਸਰ, ਹਾਂਜੀ ਇੱਕ ਨੂਮੈਰੀਕਲ ਕਰਾ ਦਵਾਂ, ਕਰਵਾ ਦਿਓ ਸਰ। ਚਲੋ ਠੀਕ ਹੈ, ਇੱਕ ਨੂਮੈਰੀਕਲ ਦੱਸ ਦਿੰਦਾ ਤੁਹਾਨੂੰ। ਠੀਕ ਹੈ, ਈਜ਼ੀ ਵਾਲਾ ਆ ਦੱਸ ਦਿੰਦਾ। ਨੂਮੈਰੀਕਲ ਨੰਬਰ 2, ਨੂਮੈਰੀਕਲ ਨੰਬਰ 1 ਤੁਸੀਂ ਕਰ ਲੈਣਾ ਹੈ। ਠੀਕ ਆ, ਨੂਮੈਰੀਕਲ ਨੰਬਰ 2 ਦੇਖ ਲਓ। ਸੋ ਨੂਮੈਰੀਕਲ ਨੰਬਰ 2 ਵਿੱਚ ਕੀ ਕਹਿ ਰਿਹਾ ਦੇਖ ਲਓ, ਫਟਾਫਟ ਮੈਂ ਤੁਹਾਨੂੰ ਸਟੇਟ ਨੂੰ ਸਮਝਾ ਦਿੰਦਾ। ਕਲੋਜ਼ ਕੁਆਇਲਡ ਹੈਲੀਕਲ ਸਪਰਿੰਗ ਆ। ਠੀਕ ਹੈ ਜੀ, ਉਹਦਾ ਮੀਨ ਡਾਇਆਮੀਟਰ ਦਿੱਤਾ ਆ। ਮੀਨ ਡਾਇਆਮੀਟਰ ਦਾ ਮਤਲਬ ਕੀ ਆ, ਦੱਸ ਦਿਓ ਫਟਾਫਟ ਮੈਨੂੰ। ਮੀਨ ਡਾਇਆਮੀਟਰ ਦਾ ਮਤਲਬ ਕੀ ਆ, ਸਮਾਲ ਡੀ ਜਾਂ ਕੈਪੀਟਲ ਡੀ, ਬੋਲੋ। ਮੀਨ ਡਾਇਆਮੀਟਰ ਕੀ ਆ, ਕੈਪੀਟਲ ਡੀ। ਠੀਕ ਆ, ਸਮਾਲ ਡੀ ਕੀ ਆ, ਵਾਇਰ ਡਾਇਆਮੀਟਰ, ਯਾਦ ਰੱਖਣਾ। ਠੀਕ ਆ, ਸੋ ਮੀਨ ਡਾਇਆਮੀਟਰ ਦਾ ਦਿੱਤਾ ਕਿੰਨਾ ਹੈ, ਕੈਪੀਟਲ ਡੀ ਕਿੰਨਾ ਹੈ, 120। ਓਕੇ, ਇਜ਼ ਮੇਡ ਅਪ ਆਫ 10 mm ਡਾਇਆਮੀਟਰ ਰੋਡ। ਹੁਣ 10 mm ਡਾਇਆਮੀਟਰ ਰੋਡ ਮਤਲਬ ਕੀ ਆ, ਹਾਂਜੀ 10 mm ਡਾਇਆਮੀਟਰ ਰੋਡ ਦਾ ਮਤਲਬ ਕੀ ਆ, ਰੋਡ ਦਾ ਮਤਲਬ ਕੀ ਆ, ਇੱਥੇ ਹੁਣ ਇਹ ਨਾ ਸਮਝਣ ਲੱਗ ਜੀ ਕਿ ਰੋਡ ਆ ਗਈ। ਰੋਡ ਦਾ ਮਤਲਬ ਉਹ ਵਾਇਰ ਹੀ ਆ। ਸੋਲਿਡ ਪਾਰਟ, ਜਿਹੜਾ ਸੋਲਿਡ ਵਾਲਾ ਪਾਰਟ ਆ ਉਹ ਹਮੇਸ਼ਾ ਕਿਹੜਾ ਹੈ ਨਾ, ਵਾਇਰ ਦਾ ਡਾਇਆਮੀਟਰ ਹੀ ਹੋਣਾ ਹੈ। ਠੀਕ ਆ, ਜਾਂ ਇਹ ਮੰਨ ਕੇ ਚਲੋ ਜਿਹੜਾ ਸਮਾਲ ਡਾਇਆਮੀਟਰ ਹੋਊਗਾ ਉਹ ਵਾਇਰ ਦਾ ਡਾਇਆਮੀਟਰ ਹੀ ਹੋਊਗਾ। ਸੋ 10 mm ਕੀ ਹੈ ਤੁਹਾਡਾ, ਸਮਾਲ ਡੀ। ਦੇਖ ਲਓ ਇੱਥੇ ਚੈੱਕ ਕਰ ਲਓ, ਅਰ ਨੀਚੇ ਕੀ ਆ, ਸਮਾਲ ਡੀ ਕੀ ਆ ਗਿਆ, 10 mm। ਠੀਕ ਹੈ ਜੀ, ਤੇ ਉਹਨੇ ਕਿਹਾ 10 ਟਰਨਸ ਦਾ। 10 ਟਰਨਸ ਦਾ ਮਤਲਬ ਕੀ ਹੈ, n ਕਿੰਨਾ ਦਿੱਤਾ ਹੋਇਆ ਦੇਖੋ, 10 ਟਰਨਸ ਦਿੱਤੀਆਂ ਹੋਈਆਂ। ਠੀਕ ਹੈ ਜੀ, ਹੁਣ ਅੱਗੇ ਕੀ ਕਹਿੰਦਾ ਪਿਆ, ਸਪਰਿੰਗ ਕੈਰੀਜ਼ ਐਨ ਐਕਸੀਅਲ ਲੋਡ ਆਫ 200 ਨਿਊਟਨ। ਲੋਡ ਲਿਆ ਮਤਲਬ W ਕਿੰਨਾ ਆ, 200 ਨਿਊਟਨ। ਆ ਦੇਖੋ ਗਿਵਨ ਹੈ ਨੀਚੇ 200 ਨਿਊਟਨ ਕੀ ਆ, ਕੈਪੀਟਲ W ਆ। ਹੁਣ ਕਹਿੰਦਾ ਕਿ ਕੈਲਕੂਲੇਟ ਕੀ ਕਰਨਾ ਹੈ, ਸ਼ੀਅਰਿੰਗ ਸਟ੍ਰੈਸ। ਕੀ ਕੈਲਕੂਲੇਟ ਕਰਨੀ ਆ, ਸ਼ੀਅਰਿੰਗ ਸਟ੍ਰੈਸ ਕੈਲਕੂਲੇਟ ਕਰਨੀ ਹੈ। ਅੱਗੇ ਕੀ ਕਹਿੰਦਾ ਪਿਆ, ਟੇਕਿੰਗ ਦਾ ਵੈਲਿਊ ਆਫ ਮੋਡੂਲਸ ਆਫ ਰਿਜਿਡਿਟੀ, ਮਤਲਬ ਕੀ ਆ, C ਦਿੱਤੀ ਹੋਈ ਆ ਕੀ ਆ, 8 × 10⁴ ਨਿਊਟਨ ਪਰ mm ਸਕੁਅਰ। ਅੱਗੇ ਦੇਖੋ ਕੀ ਕਹਿੰਦਾ ਪਿਆ, ਆਲਸੋ ਕੀ ਫਾਈਂਡ ਆਊਟ ਕਰਨਾ, ਡਿਟਰਮਿਨ ਦਾ ਡਿਫਲੈਕਸ਼ਨ, ਮਤਲਬ ਕਿ ਡੈਲਟਾ ਵੀ ਫਾਈਂਡ ਆਊਟ ਕਰਨਾ ਵੈਨ ਕੈਰਿੰਗ ਦਿਸ ਲੋਡ। ਠੀਕ ਹੈ, ਜਿਹੜਾ ਲੋਡ 200 ਨਿਊਟਨ ਆ ਉਹਦੇ ਵਿੱਚ ਹੀ ਡਿਫਲੈਕਸ਼ਨ ਵੀ ਕੈਲਕੂਲੇਟ ਕਰਨੀ ਹੈ। ਆਫਟਰ ਦੈਟ ਕੈਲਕੂਲੇਟ ਦ ਸਟਿਫਨੈਸ ਆਫ ਸਪਰਿੰਗ। ਤਿੰਨ ਚੀਜ਼ਾਂ ਕੈਲਕੂਲੇਟ ਕਰਨ ਨੂੰ ਕਹਿੰਦਾ ਪਿਆ। ਪਹਿਲਾਂ ਕਿਹਾ ਉਹਨੇ ਸ਼ੀਅਰਿੰਗ ਸਟ੍ਰੈਸ ਮਤਲਬ ਟੌ। ਅਗਲੇ ਵਿੱਚ ਕੀ ਕਹਿੰਦਾ ਪਿਆ, ਡਿਫਲੈਕਸ਼ਨ ਡੈਲਟਾ। ਠੀਕ ਹੈ ਜੀ, ਡੈਲਟਾ ਆ ਗਈ, ਡਿਫਲੈਕਸ਼ਨ। ਤੇ ਥਰਡ ਪਾਰਟ ਦੇ ਵਿੱਚ ਕੀ ਕਹਿੰਦਾ ਪਿਆ, ਸਟਿਫਨੈਸ, ਕੈਪੀਟਲ S। ਤਿੰਨ ਚੀਜ਼ਾਂ ਕੈਲਕੂਲੇਟ ਕਰਨੀਆਂ ਤੁਸੀਂ। ਠੀਕ ਹੈ ਜੀ, ਹੁਣ ਤਿੰਨ ਚੀਜ਼ਾਂ ਕੈਲਕੂਲੇਟ ਕਿੱਦਾਂ ਕਰਨੀਆਂ, ਹੁਣ ਜਿਹੜਾ ਮੈਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਉਹੀ ਲੱਗਣਾ ਸਭ ਕੁਝ ਨਹੀਂ ਹੈਗਾ ਇਹਦੇ ਵਿੱਚ। ਦੇਖੋ ਧਿਆਨ ਨਾਲ, ਸ਼ੀਅਰਿੰਗ ਸਟ੍ਰੈਸ ਮੈਂ ਤੁਹਾਨੂੰ ਦੱਸਿਆ ਸੀਗਾ, ਸਿੱਧਾ ਫਾਰਮੂਲਾ ਤੁਹਾਨੂੰ ਯਾਦ ਆ, ਉਹ 16WR ਵਾਲਾ ਤਾਂ ਲਗਾ ਦਿਓ। ਜੇ ਨਹੀਂ ਯਾਦ ਤਾਂ ਬੇਸਿਕ ਯਾਦ ਰੱਖੋ। ਬੇਸਿਕਸ ਕੀ ਹੈ, W/R ਕਿਹਦੇ ਬਰਾਬਰ ਹੈ, 60 × 20d3। ਕੈਪੀਟਲ ਡੀ ਨਾ ਲੈ ਲਿਓ, ਕੈਪੀਟਲ ਡੀ ਕੀ ਹੈ ਤੁਹਾਡਾ, ਇਹ ਸੋਲਿਡ ਪਾਰਟ ਦਾ ਹਮੇਸ਼ਾ ਪਾਰਟ ਰੱਖਣਾ। ਠੀਕ ਹੈ ਜੀ, ਸੋ ਇਹਦੇ ਵਿੱਚ ਸਮਾਲ ਡੀ ਕਿਊਬ ਆ ਗਿਆ, W/R ਆ ਗਿਆ, ਇੱਥੋਂ ਟੋ ਦਾ ਤੁਹਾਨੂੰ ਨਿਕਲ ਜਾਣਾ ਕਿਉਂਕਿ ਸਾਰਾ ਕੁਝ ਗਿਵਨ ਆ ਤੁਹਾਨੂੰ। W ਵੀ ਗਿਵਨ ਆ, ਠੀਕ ਹੈ ਜੀ, R ਵੀ ਗਿਵਨ ਆ। ਠੀਕ ਆ, कैपिटल स्मॉल कैपिटल आर आ जाएगा निकल आना। हाँ जी, समझ लग गई है किस तक। शेयर स्ट्रेस करनी है ना, शेयर स्ट्रेस कितना कर दोगे, आई फॉर्मूले तो निकलनी है, टॉ अपॉन आई, टी अपॉन आई, टॉ अपॉन आर। नेक्स्ट
आगे देख लो डिफ्लेक्शन ऑफ स्प्रिंग, डिफ्लेक्शन की सीधा फार्मूला लगाओ इथे, डिफ्लेक्शन स्प्रिंग का 64 W R क्यूब N, ठीक है, पुट करो वैल्यू आंसर, ठीक है। जे तो सीधे फार्मूला यार, ये तो बहुत सौखा ही है। स्टिफनेस, स्टिफनेस के लोड अपॉन डिफ्लेक्शन, ठीक है जी। सो लोड की 200 डिफ्लेक्शन वाली चकली 34 56 नंबर, ठीक है जी। जे तुम फार्मूले याद कर लूंगे तो ਤੁਹਾਡੀ ਸੌਖਾ ਹੋ ਜਾਊਗਾ ਨਿਊਮੈਰੀਕਲ, ਜੇ ਨਹੀਂ ਕਰ ਪਾਓਗੇ ਤਾਂ ਤੁਹਾਨੂੰ ठीक है जी, बस आई, ठीक है जी, ओके बेटा।